ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ शीतल होए मनुआ, सतगुर का दर्शन पाए जियो। जुगो जुग अटल चवर छतर तखत दे मालिक, वालिए कुल आलम तख्ते हकीकते सबाईमान, रूए रोशन सतगुरु गुरु ग्रंथ साहिब जी महाराज, सतगुरां दी निघी गोद दी हाज़री भर रही गुरु प्यारियां गुरु सवारियां सिख संगतां, जिथे आप जी लंबे समय तो सज के बैठे हो, आप जी ने जिथे गुरमत विचारां ਅਤੇ ਤੁਰਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਮੇਰੇ ਕੋਲ 30 ਮਿੰਟ ਦਾ ਸਮਾਂ ਹੈ, ਜਿਸ ਅੰਦਰ ਕੁਝ ਨੁਕਤੇ ਜਿਹੜੇ ਇਤਿਹਾਸ ਦੇ ਨੇ ਮੈਂ ਉਹਨਾਂ ਤੇ ਚਾਨਣਾ, ਉਹਨਾਂ ਦੇ ਦਰਸ਼ਨ ਆਪ ਜੀ ਨਾਲ ਸਾਂਝੇ ਕਰਨੇ ਨੇ। ਦਾਸ ਵਿਚਾਰਾਂ ਦੀ ਆਰੰਭਤਾ ਕਰੇ ਇੱਕ ਹੀ ਵਾਰ ਕਹਿਣ ਤੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह। दुख इस गल का है कि मेरी कौम पढ़ती नहीं। असी दिहाड़े बहुत मनाने, पैसा बहुत खर्च करते हैं, पर कौम जिहड़ी है असल तत्थां तो अणजाण है। मेरे वर्गा बंदा सुणाउंदा है गुरु नानक साहब महाराज जी ने 4 उदासियां कीतियां ने। असल च जड़ियां वो 4 यात्रावां है। भाई गुरदास जी नूं पढ़ के देखो भी वो सिर ते खफन बन के तुरन वाली यात्रा सी वो, और किस तरीके दे नाल उहदे च किन्नियां रुकावटां सीगियां। सज्जन ठग वर्गे बाबर वर्गियां दियां चक्कियां गुरु नानक साहब महाराज नूं पेणियां पईयां, असीं अपनी कौम नूं दस नहीं सके। इसे ही तरीके नाल आपां बाबा बुढ़ा जी की याद में जुड़ के बैठे। तुसीं उत्थे जाके देखो जिन्नियां तस्वीरां विकदियां है, असीं वो गंढे वाली फोटो तो अजे अगे बाबा जी नूं समझ नहीं पाए। बाबा बुढ़ा जी की बहुपक्षी शख्सियत जे साडी कौम नूं समझ आ जाए तो साडी जिंदगी बदल सकती। ध्यान दिओ, आप जी ने सरवण किया है भी बाबा जी मझां चारदे ने। अज दे समय नाल टका के वेखोगे अगला कहेगा भी ये किहड़ा काम है। अगर तुसीं उस समय दे इतिहास विच चले जाओ, 3 काम ने, खेती, मझां चारनियां ते वपार करना। तिन्ने ही लाहेवंद जिहड़े ने काम ने, लाहेवंद धंधे ने। सब तो वधिया धंधा है जिहड़ा कि वो मझां चारना। बारिश हो गई तो फसल होनी है, नहीं तो नहीं होनी। पर मझां चारन वाले 10, 20, 50 किलोमीटर तक भी मझां ले जाते सी। ये कारज गुरु नानक साहब महाराज ने भी किए ने। हुण तुसीं देखियो भी बाबा बुढ़ा जी का योगदान जिहड़ा है, गुलामी के संगल बाबा किदां वढ़दा है, ये तो जरा उपर उठ के देखियो। माफ करियो, जदों असीं ये गल कहने आ ना भी बाबा बुढ़ा पुत्रां दा दानी है, ठीक है, सिख ने अपने गुरु कोलों मंगना है, सिख ने अपने गुरु अगे अरदास करनी है। पर जे तुसीं कहो भी नहीं, उत्थे पुत्त ही मिलदे ने। पर जिस ग्रंथ का बाबा बुढ़ा ग्रंथी है ना, उहदे च लिखिया होया भी सो क्यों मंदा आखी है जित जम्मे राजा।
ਇਹ ਸਿਧਾਂਤ ਹੈ, ਅਸੀਂ ਉਹਦੇ ਤੋਂ ਅੱਗੇ ਨਹੀਂ ਤੁਰ ਪਾਏ। ਹੁਣ ਧਿਆਨ ਦਿਓ, ਮੈਂ ਉੱਥੇ ਧਿਆਨ ਲਿਜਾਣਾ ਚਾਹੁੰਦਾ। ਇਹ ਜਿਸ ਖਿੱਤੇ ਤੇ ਤੁਸੀਂ ਰਹਿੰਦੇ ਹੋ, ਇੱਥੇ ਜ਼ਗੀਰਦਾਰੀ ਪ੍ਰਥਾ ਸੀਗੀ। ਜਿਹੜੀ ਗੱਲ ਬਾਬੇ ਬੁੱਢੇ ਨੇ ਗੁਰੂ ਨਾਨਕ ਸਾਹਿਬ ਨੂੰ ਕਹੀ ਨਾ, ਕੁਝ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਜਿੱਥੇ ਦਰਬਾਰ ਸਾਹਿਬ ਹੈ ਨਾ, ਇਹਦੇ ਲਾਗੇ ਬੰਨੇ ਗੁਰੂ ਨਾਨਕ ਸਾਹਿਬ ਤੇ ਜਿਹੜੀ ਬਾਬੇ ਬੁੱਢੇ ਦੀ ਪਹਿਲੀ ਮੁਲਾਕਾਤ ਹੋਈ ਹੈ ਨਾ, ਉਹ ਇਹੀ ਧਰਤੀ ਹੈ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੁਣਾਂ ਨੇ ਇੱਥੇ ਹੀ ਜ਼ਿਕਰ ਕੀਤਾ ਵੀ ਉਹ ਮਿਲਣੀ ਇੱਥੇ ਹੀ ਹੋਈ। ਜਦੋਂ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਇਲਾਹੀ ਬਾਣੀ, ਮਰਦਾਨੇ ਦੀ ਵਾਜਰੀ ਰਬਾਬ ਤੇ ਹੋ ਰਿਹਾ ਕੀਰਤਨ ਸੁਣਿਆ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਦੀ ਨਜ਼ਰ ਪਈ, ਦੇਖਿਆ ਵੀ ਇਹ ਬੱਚਾ ਰੱਬ ਦੀ ਬਖਸ਼ਿਸ਼ ਜਿਹੜੀ ਉਹਦੇ ਕੋਲ ਹੈ। ਧਿਆਨ ਜਿਹੜਾ ਨਾ, ਇਹਨੂੰ ਵਿਦਵਾਨਾਂ ਨੇ 3 ਹਿੱਸਿਆਂ ਚ ਵੰਡਿਆ, ਸਮੇਂ ਨੂੰ 3 ਹਿੱਸਿਆਂ ਚ ਵੰਡਿਆ। ਇੱਕ ਹੈ ਬੀਤ ਚੁੱਕਾ, ਇੱਕ ਹੈ ਆਉਣ ਵਾਲਾ ਤੇ ਇੱਕ ਹੈ ਵਰਤਮਾਨ। ਸਾਡਾ ਧਿਆਨ ਵਰਤਮਾਨ ਤੇ ਕਦੀ ਨਹੀਂ ਟਿਕਦਾ, ਜਾਂ ਤੇ ਬੀਤ ਚੁੱਕੇ ਤੇ ਬਹੁਤਾ ਧਿਆਨ ਖੱਚਤ ਰਹਿੰਦਾ, ਜਾਂ ਆਉਣ ਵਾਲੇ ਸਮੇਂ ਤੇ। ਗੁਰੂ ਮਹਾਰਾਜ ਕੀ ਦੇਖਦੇ ਨੇ ਵੀ ਉਹ 12 ਸਾਲ ਦੇ ਬੱਚੇ ਦਾ ਧਿਆਨ ਚੱਲ ਰਿਹਾ ਕੀਰਤਨ ਤੇ ਹੈ। ਜਿੰਨਾ ਚਿਰ ਕੀਰਤਨ ਚੱਲਿਆ, ਬਾਬੇ ਨੇ ਦੇਖਿਆ ਇਸ ਬੱਚੇ ਨੇ ਮਨ ਕਰਕੇ ਸੁਣਿਆ। ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਵੀ ਇਉਂ ਲੱਗਦਾ ਵੀ ਤੇਰੇ ਅੰਦਰ ਬੜੇ ਸਵਾਲ ਨੇ। ਉਹਨੇ ਕਿਹਾ ਬਾਬਾ ਮੈਂ ਮੱਝਾਂ ਚਾਰਦਾ। ਜਿਹੜੇ ਹਾਕਮ ਨੇ, ਇਹਨੂੰ ਥੋੜਾ ਜਿਹਾ ਸਮਝਿਆ ਜੇ ਮੈਂ ਇਹਨੂੰ ਥੋੜਾ ਖੋਲਾਂ। ਇਹ ਜ਼ਮੀਨਾਂ ਸਾਡੀਆਂ ਨਹੀਂ ਸੀਗੀਆਂ। ਉਸ ਸਮੇਂ ਇੱਕ ਮੋਦੀਖਾਨਾ ਹੁੰਦਾ ਸੀ ਤੇ ਇੱਕ ਮੋਦੀਖਾਨੇ ਨੂੰ ਚਲਾਉਣ ਵਾਲਾ ਮੋਦੀ ਹੁੰਦਾ ਸੀ ਤੇ ਇੱਕ ਉਹਦੇ ਗਾੜੀ ਅਹਿਲਕਾਰ ਹੁੰਦੇ ਸੀਗੇ ਜਿਨ੍ਹਾਂ ਨੂੰ ਕਣਕੂਤ ਕਹਿੰਦੇ ਸੀ। ਮੋਦੀਖਾਨੇ ਤੋਂ ਆਉਂਦੇ ਸੀ, ਜਦੋਂ ਫਸਲ ਪੱਕ ਜਾਂਦੀ ਸੀ ਨਾ, ਉਹ ਫਸਲ 'ਚ ਖਲੋ ਕੇ ਅੰਦਾਜ਼ਾ ਲਾਉਂਦੇ ਸੀਗੇ ਵੀ ਇੰਨੀ ਜ਼ਿਮੀਂਦਾਰ ਦੀ ਹੈ, ਇੰਨੀ ਸਰਕਾਰ ਦੀ ਹੈ। ਉਸ ਅਫਸਰ ਨੂੰ ਕਹਿੰਦੇ ਸੀ ਕਣਕੂਤ। ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਕੇਤੀ ਦਾਤ ਜਾਣੇ ਕੌਣ ਕੂਤ। ਕੂਤ ਦਾ ਅਰਥ ਹੈ ਅੰਦਾਜ਼ਾ ਲਾਉਣਾ। ਇੱਕ ਅਫਸਰ ਹੁੰਦਾ ਸੀ ਉਸ ਸਮੇਂ। ਉਹ 12 ਸਾਲ ਦਾ ਬੱਚਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ, ਸਤਿਗੁਰੂ ਵੀ ਮੈਂ ਬੜੀਆਂ ਘਟਨਾਵਾਂ ਦੇਖੀਆਂ ਵੀ ਜਗੀਰਦਾਰ ਆਉਂਦੇ ਨੇ, ਜਿਹੜੇ ਬੰਦੇ ਨੇ 6 ਮਹੀਨੇ ਰਾਤਾਂ ਜਾਗ ਕੇ ਫਸਲ ਤਿਆਰ ਕੀਤੀ ਹੈ, ਸਤਿਗੁਰੂ ਵੱਢ ਕੇ ਰਾਹੇ ਪੈ ਜਾਂਦੇ। ਕਈ ਵਾਰੀ ਤੇ ਜੇ ਕੋਈ ਵਿਰੋਧ ਕਰਦਾ ਨਾ, ਉਹ ਕਤਲ ਵੀ ਕਰ ਜਾਂਦੇ। ਗਰੀਬ ਬੰਦੇ ਦੀ ਜ਼ਿੰਦਗੀ ਦਾ ਕੀ ਮੁੱਲ ਹੈ? ਤੁਸੀਂ ਦੇਖੋ, ਯੂਪੀ ਦੇ ਅੰਦਰ 8 ਸਿੱਖ ਜਿਹੜੇ ਨੇ ਉਹ ਜ਼ਾਲਮ ਸਰਕਾਰ ਦੇ ਵੱਲੋਂ ਕਤਲ ਕਰ ਦਿੱਤੇ ਗਏ। ਇਹਨਾਂ ਨੇ ਸਰਕਾਰਾਂ ਅੰਨੀਆਂ ਤੇ ਬੋਲੀਆਂ, ਲੋਕਾਂ ਨੂੰ ਕੀੜਿਆਂ ਦੇ ਸਮਾਨ ਸਮਝਦੀਆਂ। ਇਹ ਥੋੜੀ ਮੰਨਦੇ ਵੀ ਇਹ ਵੀ ਮਾਵਾਂ ਨੂੰ ਜੰਮੇ ਨੇ। ਉਦੋਂ ਵੀ ਇਦਾਂ ਹੀ ਹੁੰਦਾ ਸੀਗਾ ਵੀ ਹਾਕਮ ਨੂੰ ਲੋੜ ਪਈ, ਭਾਵੇਂ ਫਸਲ ਨਹੀਂ ਵੀ ਪੱਕੀ, ਕੱਚੀ ਵੱਢ ਕੇ ਰਹੇ ਪੈਂਦੇ ਸੀਗੇ। ਇਹ ਸਵਾਲ 12 ਸਾਲ ਦੀ ਉਮਰ 'ਚ ਬਾਬਾ ਬੁੱਢਾ ਕਰਦੇ ਗੁਰੂ ਨਾਨਕ ਸਾਹਿਬ ਨੂੰ। ਮਹਾਰਾਜ ਇੱਥੇ ਲੋਕਾਂ ਦੇ ਸਿਰ ਉੱਪਰ ਮੌਤ ਦਾ ਸਾਇਆ ਹਰ ਵਕਤ ਮੰਡਰਾਉਂਦਾ ਹੈ। ਜੇ ਕਿਸੇ ਨੇ ਵਿਰੋਧ ਕੀਤਾ ਤੇ ਜ਼ਿੰਦਗੀ ਤੋਂ ਹੱਥ ਧੋਣੇ ਪੈਣਗੇ। ਮਹਾਰਾਜ ਨੇ ਦੇਖਿਆ ਵੀ ਉਮਰ ਛੋਟੀ ਹੈ, ਸਵਾਲ ਵੱਡੇ ਲਈ ਫਿਰਦਾ। ਇਹਦੇ ਸਵਾਲ ਵੱਡੇ ਨੇ। ਉਹ ਦੁੱਧ ਲਿਆਇਆ, ਕਹਿੰਦਾ ਮਹਾਰਾਜ ਛਕੋ। ਗੁਰੂ ਮਹਾਰਾਜ ਦੁੱਧ ਛਕਦੇ ਨੇ, ਕਹਿੰਦਾ ਮਹਾਰਾਜ ਹੋਰ ਲਿਆਵਾਂ? ਪਾਤਸ਼ਾਹ ਕਹਿੰਦੇ ਨਹੀਂ, ਰੱਜ ਗਏ, ਤ੍ਰਿਪਤ ਹੋ ਗਏ। ਤੇ 12 ਸਾਲ ਦਾ ਉਹ ਬੱਚਾ ਕਹਿੰਦਾ ਬਾਬਾ ਇਹ ਰੱਜ ਆਉਂਦਾ ਕਿਵੇਂ ਹੈ? ਇਹ ਜਿਹੜੇ ਸਾਡੇ ਸਿਰਾਂ ਤੇ ਹਾਕਮ ਬੈਠੇ ਐ, ਇਹ ਰੱਜਦੇ ਕਿਉਂ ਨਹੀਂ? ਇਹ ਸਾਡਾ ਖੂਨ ਪੀਂਦੇ ਨੇ, ਸਾਡੀ ਹੱਕ ਹਲਾਲ ਦੀ ਕਮਾਈ ਲੁੱਟਦੇ ਨੇ। ਮਹਾਰਾਜ ਬੰਦੇ ਨੂੰ ਤ੍ਰਿਪਤੀ ਆਏਗੀ ਕਿਵੇਂ? ਰੱਜ ਆਏਗਾ ਕਿਵੇਂ? ਤੇ ਜਿਹੜੀ ਅਸੀਂ ਉਹ ਗੁਰੂ ਨਾਨਕ ਸਾਹਿਬ ਦੇ ਮੋਦੀ ਬਣਨ ਵਾਲੀ ਸਾਖੀ ਹੈ ਨਾ, ਉਹਨੂੰ ਵਿਸ਼ਾਲ ਹਿਰਦੇ ਨਾਲ ਸੋਚ ਕੇ ਦੇਖਿਓ ਤਾਂ ਸਮਝ ਆਏਗੀ ਗੁਰੂ ਨਾਨਕ ਮੋਦੀ ਇਸ ਲਈ ਬਣੇ ਸੀਗੇ। ਜਿਹੜੀ ਕਿਸਾਨ ਦੀ ਹੋ ਰਹੀ ਲੁੱਟ, ਬਾਬੇ ਨੇ ਦੇਖਿਆ ਇਹਨੂੰ ਡੱਕਾ ਇੱਕ ਹੀ ਜਗ੍ਹਾ ਤੋਂ ਲੱਗ ਸਕਦਾ ਹੈ। ਇਹ ਜਿਹੜੇ ਅਫਸਰ ਆ ਕੇ ਲੋਕਾਂ ਦੇ ਨਾਲ ਧੱਕਾ ਕਰਦੇ ਨੇ, ਇਹ ਆਉਂਦੇ ਕਿੱਥੋਂ ਨੇ? ਇਹ ਮੋਦੀ ਖਾਨੇ ਤੋਂ ਆਉਂਦੇ। ਗੁਰੂ ਨਾਨਕ ਮਹਾਰਾਜ ਨੇ ਮੋਦੀ ਬਣ ਕੇ ਜਿਹੜੀ ਕਿਸਾਨ ਦੀ ਕਿਰਤੀ ਦੀ ਹੋ ਰਹੀ ਲੁੱਟ ਸੀਗੀ, ਬਾਬੇ ਨੇ ਡੱਕਾ ਲਾ ਦਿੱਤਾ। ਇੱਕ ਦਿਨ 'ਚ ਅਸੀਂ ਜ਼ਮੀਨਾਂ ਦੇ ਵਾਰਸ ਨਹੀਂ ਬਣੇ। ਇਹ ਲੰਮੇ ਸਮੇਂ ਤੋਂ ਇੱਥੇ ਚਰਚਾ ਰਿਹਾ
ਕਿਰਤ ਨੂੰ ਇੱਥੇ ਭੰਡਿਆ ਜਾਂਦਾ ਰਿਹਾ, ਕਿਰਤੀ ਦੀ ਇੱਥੇ ਕਦਰ ਨਹੀਂ ਰਹੀ। ਗੁਰੂ ਨਾਨਕ ਮਹਾਰਾਜ ਨੇ ਪਹਿਲਾ ਸਿਧਾਂਤ ਕਿਰਤ ਦਾ ਹੀ ਦਿੱਤਾ। ਪਹਿਲਾ ਸਿਧਾਂਤ ਮਹਾਰਾਜ ਨੇ ਸਾਡੀ ਝੋਲੀ ਚ ਪਾਇਆ, ਕਿਰਤ ਕਰੋ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਨੇ 12 ਸਾਲ ਦੀ ਉਮਰ ਚ, ਔਰ ਜਿੱਦਣ ਜੋਤੀ ਜੋਤ ਸਮਾਉਂਦੇ ਨੇ 125 ਸਾਲ ਦੀ ਉਮਰ ਹੈ ਤੇ 113 ਸਾਲ ਉਹਨਾਂ ਨੇ ਗੁਰੂ ਨਾਨਕ ਦੇ ਘਰ ਅੰਦਰ ਰਹਿ ਕੇ ਸੇਵਾ ਕੀਤੀ। ਹੁਣ ਧਿਆਨ ਦਿਆ ਜੀ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੂਰਮਿਆਂ ਦੇ ਹੱਥਾਂ ਵਿੱਚ ਤਲਵਾਰਾਂ ਦੇ ਮੁੱਠੇ ਫੜ ਕੇ ਜਿਹੜੀਆਂ 4 ਜੰਗਾਂ ਹੋਈਆਂ, ਜਿਹੜਾ ਜ਼ੁਲਮ ਨੂੰ ਠੱਲਿਆ ਗਿਆ, ਹਾਕਮਾਂ ਨੂੰ ਮੂੰਹ ਦੀ ਖਾਣੀ ਪਈ ਹੈ, ਉਹਨਾਂ ਸੂਰਮਿਆਂ ਨੂੰ ਸ਼ਸਤਰ ਵਿੱਦਿਆ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸ਼ਸਤਰ ਵਿੱਦਿਆ ਦੇਣ ਵਾਲੇ ਬਾਬਾ ਬੁੱਢਾ ਜੀ ਨੇ। ਤੁਸੀਂ ਕਦੇ ਉਹ ਤਸਵੀਰ ਨਹੀਂ ਦੇਖੋਗੇ ਜਿੱਥੇ ਬਾਬਾ ਬੁੱਢਾ ਜੀ ਦੇ ਹੱਥ ਵਿੱਚ 3 ਫੁੱਟੀ ਕਿਰਪਾਨ ਹੈ। ਬਾਬਾ ਬੁੱਢਾ ਜੀ ਗ੍ਰੰਥੀ ਨੇ, ਤੁਸੀਂ ਇਦਾਂ ਦੀ ਕੋਈ ਤਸਵੀਰ ਨਹੀਂ ਦੇਖੋਗੇ। ਬਾਬਾ ਬੁੱਢਾ ਜੀ ਦੇ ਅੱਗੇ ਗੁਰਬਾਣੀ ਦੀ ਪੋਥੀ ਖੁੱਲੀ ਹੋਈ ਹੈ। ਅਸੀਂ ਕਿੰਨਾ ਸੀਮਤ ਕਰ ਦਿੱਤਾ ਉਹਨਾਂ ਮਹਾਨ ਸ਼ਖਸੀਅਤਾਂ ਨੂੰ। 113 ਸਾਲ ਲਗਾਤਾਰ ਗੁਰੂ ਨਾਨਕ ਦੇ ਘਰ ਅੰਦਰ ਰਹਿ ਕੇ ਉਹਨਾਂ ਨੇ ਸੇਵਾ ਕੀਤੀ। 5 ਗੁਰੂ ਸਾਹਿਬਾਨ ਪਹਿਲੇ ਜਾਮੇ ਤੋਂ ਗੁਰੂ ਨਾਨਕ ਸਾਹਿਬ ਜਦੋਂ ਯਾਤਰਾਵਾਂ ਤੇ ਗਏ ਨੇ ਤੇ ਬਾਣੀ ਇਕੱਤਰ ਕਰਨ ਦਾ ਕਾਰਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਰੰਭਿਆ। ਹੁਣ ਧਿਆਨ ਦਿਓ ਵੀ ਗ੍ਰੰਥੀ ਨਿਯੁਕਤ ਕਰਨਾ 5ਵੇਂ ਜਾਮੇ 'ਚ ਜਾ ਕੇ। ਜਿੱਥੇ ਗੁਰਬਾਣੀ ਇਕੱਤਰ ਹੋ ਰਹੀ ਹੈ ਉੱਥੇ ਪਹਿਲੇ ਜਾਮੇ ਤੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਗ੍ਰੰਥੀ ਦੀ ਤਿਆਰੀ ਪਈ ਹੁੰਦੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਰਹੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ। 5 ਗੁਰੂ ਸਾਹਿਬਾਂ ਦੀ ਦੇਖ ਰੇਖ ਵਿੱਚ ਉਹ ਗ੍ਰੰਥੀ ਤਿਆਰ ਹੁੰਦਾ ਰਿਹਾ। ਔਰ ਜਦੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਜੋਤ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕਾਇਆ, ਉਹ ਜਿਹੜਾ ਪ੍ਰਕਾਸ਼ ਹੈ ਉਹ ਵੀ ਬਾਬਾ ਬੁੱਢਾ ਜੀ ਕਰਦੇ ਨੇ। ਗੁਰੂ ਨਾਨਕ ਸਾਹਿਬ ਦਾ ਹੁਕਮ ਹੁੰਦਾ ਹੈ ਕਿ ਜਿਹੜੀ ਮਰਿਆਦਾ ਆ ਗੁਰਗੱਦੀ ਸੌਂਪਣ ਦੀ, ਜੋਤ ਟਿਕਾਉਣ ਦੀ, ਉਹ ਬਾਬਾ ਬੁੱਢਾ ਜੀ ਸਾਰੀ ਮਰਿਆਦਾ ਜਿਹੜੀ ਹੈ ਉਹ ਨਿਭਾਉਂਦੇ ਨੇ, ਉਹ ਅਦਾ ਕਰਦੇ। 5 ਗੁਰੂ ਸਾਹਿਬਾਨਾਂ ਦੇ ਜਿਹੜੇ ਪ੍ਰਕਾਸ਼ ਨੇ, ਜਦੋਂ ਜੋਤ ਨੇ ਆਪਣੀ ਕਾਇਆ ਨੂੰ ਬਦਲਿਆ, ਜਿਹਨੂੰ ਪਾਵਨ ਬਾਣੀ ਕਹਿੰਦੀ ਹੈ, ਤੇ ਕਾਇਆ ਫੇਰ ਪਲਟੀ ਹੈ, ਉਹ ਪ੍ਰਕਾਸ਼ ਬਾਬਾ ਬੁੱਢਾ ਜੀ ਕਰਦੇ। ਗੋਇੰਦਵਾਲ ਸਾਹਿਬ ਨਗਰ ਵਸਾਇਆ ਜਾਂਦਾ ਹੈ। ਬੌਲੀ ਸਾਹਿਬ ਦਾ ਜਿਹੜਾ ਗੁਰੂ ਅਮਰਦਾਸ ਮਹਾਰਾਜ ਹੁਕਮ ਕਰਦੇ ਨੇ, ਬਾਬਾ ਬੁੱਢਾ ਜੀ ਧਿਆਨ ਦਿਓ ਜੇ, ਅੱਜ ਕਹਿਣ ਨੂੰ ਕਹਿ ਦੇਣਾ ਬੌਲੀ, ਉਸ ਸਮੇਂ ਇਹ ਐਡਾ ਵੱਡਾ ਜਿਹੜਾ ਕਹਿ ਲੋ ਮਨੁੱਖਤਾ ਦੇ ਭਲੇ ਦਾ ਕਾਰਜ ਸੀਗਾ। ਪਿੰਡਾਂ 'ਚ ਇੱਕੋ ਹੀ ਖੂਹ ਹੁੰਦਾ ਸੀਗਾ, ਇੱਕ ਵਾਰੀ ਬਾਲਟੀ ਖੂਹ 'ਚ ਸੁੱਟੀਏ ਇੱਕ ਹੀ ਪਾਣੀ ਦੀ ਬਾਹਰ ਆ ਸਕਦੀ। ਬੌਲੀ ਬਣਾਈ ਗਈ, ਲਾਈਨ ਬਣਾ ਕੇ ਭਾਵੇਂ ਹਜ਼ਾਰਾਂ ਲੋਕ ਜਿਹੜੇ ਨੇ ਖੂਹ 'ਚ ਉਤਰ ਜਾਣ, ਬੌਲੀ 'ਚ ਉਤਰ ਜਾਣ, ਔਰ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਬੌਲੀ ਬਣਾਈ ਗਈ। ਉਹ ਟੱਪ ਜਿਹੜਾ ਆ ਬਾਬਾ ਬੁੱਢਾ ਜੀ ਲਾਉਂਦੇ ਨੇ। 22 ਮੰਜੀਆਂ ਥਾਪੀਆਂ ਜਾਂਦੀਆਂ ਗੁਰਮਤ ਦੇ ਪ੍ਰਚਾਰ ਲਈ। 52 ਪੀੜੇ ਨੀਅਤ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ। ਉਹਦੇ ਪ੍ਰਬੰਧਕ ਪਤਾ ਕੌਣ ਨੇ? ਬਾਬਾ ਬੁੱਢਾ ਜੀ। ਪੂਰੇ ਭਾਰਤ ਦੇ ਉਸ ਵਕਤ 22 ਸੂਬੇ ਸੀਗੇ। 22 ਸੂਬਿਆਂ ਦੇ ਵਿੱਚ ਸਿੱਖੀ ਜਿਹੜੀ ਹੈ ਉਹਦਾ ਪ੍ਰਚਾਰ ਹੋ ਰਿਹਾ ਹੈ। 52 ਪੀੜੇ ਸਿੱਖੀ ਦਾ ਪ੍ਰਚਾਰ ਪੇ ਕਰਦੇ ਨੇ। ਉਹਦੇ ਸਾਰੇ ਦਾ ਪ੍ਰਬੰਧ ਜਿਹੜਾ ਉਹ ਬਾਬਾ ਬੁੱਢਾ ਜੀ ਕਰਦੇ। ਸੋਚ ਕੇ ਦੇਖੋ, ਅਸੀਂ ਲਿਆ ਕੇ ਜਿਹੜੀ ਉਹ ਸ਼ਖਸੀਅਤ ਹੈ, ਅਸੀਂ ਬਾਕੀ ਪੱਖ ਜਿਹੜੇ ਉਹ ਅਲੋਪ ਕਰ ਦਿੰਦੇ। ਫਿਰ ਇੱਥੇ ਹੀ ਨਹੀਂ, ਗੁਰੂ ਰਾਮਦਾਸ ਮਹਾਰਾਜ ਜਦੋਂ ਅੰਮ੍ਰਿਤਸਰ ਜਿਹੜਾ ਨਗਰ ਹੈ ਉਹ ਵਸਾਉਂਦੇ ਨੇ, ਮੋੜੀ ਕੱਢਦੇ ਨੇ, ਉੱਥੇ ਅਰਦਾਸ ਉੱਥੇ ਵੀ ਬਾਬਾ ਬੁੱਢਾ ਜੀ ਕਰਦੇ। ਔਰ ਇਹ ਜਿਹੜਾ ਨਗਰ ਹੈ ਇਹ ਸਿੱਖਾਂ ਦਾ ਦਿਲ ਹੀ ਨਹੀਂ ਹੈ, ਸਿੱਖਾਂ ਦਾ ਕੇਂਦਰੀ ਸਥਾਨ ਹੀ ਨਹੀਂ ਹੈ, ਇਹ ਕਿਰਤੀਆਂ ਦੀ ਸੰਭਾਲ ਦਾ ਕੇਂਦਰ ਵੀ ਹੈ। 52 ਕਿੱਤੇ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਆਬਾਦ ਕੀਤੇ। ਕਿਸੇ ਕਿਰਤੀ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਉਹਦੀ ਕਿਰਤ ਰੋਲਣੀ ਨਹੀਂ ਚਾਹੀਦੀ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਅੰਮ੍ਰਿਤਸਰ ਰਿਹਾ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ, ਦੇਸ਼ ਵਿਦੇਸ਼ ਤੋਂ ਵਪਾਰੀ ਇੱਥੇ ਵਪਾਰ ਕਰਨ ਆਉਂਦੇ ਰਹੇ। ਔਰ ਧਿਆਨ ਦਿਆ ਜੀ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਹੁੰਦੀ ਹੈ ਰਾਮਸਰ ਨਾਮੀ ਅਸਥਾਨ ਤੇ, ਧਿਆਨ ਦਿਆ ਜੀ, ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ
बाबा जी गुरु ग्रंथ साहब के स्वरूप नूं जिहड़ा अपने सीस के उपर सुभाईमान करो। बाबा बुढ़ा जी ने वो गुरु ग्रंथ साहब जी के पावन स्वरूप नूं अपने सिर उपर सुभाईमान किया। बाबा जी कहते हैं भी गुरु साहब जो गुरु अर्जन साहब महाराज कहते हैं बाबा जी तुरो, कह लगे महाराज सिख अपने गुरु तो अगे चलता शोभा नहीं दिंदा, महाराज तुसीं अगे चलो मैं पिछे आवांगा। तो गुरु अर्जन साहब महाराज कहते हैं नहीं बाबा बुढ़ा जी जिस पावन बाणी का स्वरूप जिहड़ा तुसीं अपने सीस ते सुभाईमान कीता है ये तुहाडा भी गुरु है और साडा भी गुरु है। बाबा बुढ़ा जी तुसीं अगे चलो। गुरु साहब चौर कर रहे हैं, जिथे अज असीं दरबार साहब नमस्कार करते हैं उत्थे लिया के गुरु ग्रंथ साहब जी का प्रकाश किया जाता है। तुर दरगाहों चली आई मर्यादा नूं मुख रखदियां होइयां जिथे बाकी गुरु साहबां नूं जदों गद्दी बख्शी गई उस प्रकाश की जिम्मेवारी भी बाबा बुढ़ा जी ने निभाई। अज पीड़ा साहब से गुरु ग्रंथ साहब जी का प्रकाश किया गया और बाबा बुढ़ा जी को हुक्म होया कि बाबा बुढ़ा जी बुढ़ा साहिब खोलो ग्रंथ लिहो आवाज सुने सब पंथ। बाबा बुढ़ा जी पहले जिहड़े ग्रंथी ने वो नियुक्त किए गए। हुण सोचण वाली गल यह है बाबा बुढ़ा जी वो ग्रंथी सीगे जिन्हां दी तैयारी जिहड़ी सी पंज गुरु साहिबान पंज ही गुरु साहिबान की बाणी पहला जिहड़ा स्वरूप तैयार होया पंज गुरु साहिबान की बाणी उहदे च दर्ज सी और पंजा ही गुरु साहिबां वल्लों तैयार किए गए बाबा बुढ़ा जी। बाबा बुढ़ा जी वो शख्सियत है। और एक पक्ष मैं होर जिन्ना कि मेरे को समा मैं कुछ नुकते सारा नहीं दस पावांगा, कुछ नुकते मैं आप जी नाल साझे करा। सरकार ने देखिया गुरु घर की चढ़ाई नूं बर्दाश्त ना हुई, गुरु साहब के किए जा रहे कारज वो लोग कित्थों जरदे ने। गुरु हरगोबिंद साहब महाराज जी नूं ग्वालियर के किले के अंदर नजरबंद किया गया। बाबा बुढ़ा जी ते भाई गुरदास जी अगवाई नूं संभालदे चौंकियां आरंभ कीतियां गईयां। हुण इत्थों सोच के देखो कि अमृतसर तो ग्वालियर किन्ना है, इत्थों दिल्ली किन्नी है, इन्ना ही अगे है। ते बाबा बुढ़ा जी की उम्र किन्नी है, 93 साल की उम्र है। बजुर्ग बाबा बुढ़ा जी तुरदे ने अमृतसर तो ग्वालियर पहुंचते हैं सिखां का जथा लैके। अगों हुकूमत जिहड़ी मिल नहीं दिंदी, बाहर बैठ जाते हैं किले दे ते शब्द चौंकी हुंदी है, गुरबाणी का कीर्तन हुंदा है, शब्द पढ़ के गुरु अगे अरदास करके वापस आ जाते हैं। और व्योतबंदी हुंदी है भी जे सरकार जिहड़ी है इदां ही धक्का करेगी फिर सरकार नूं जिहड़ा जवाब वो दिता जाए। हुण बाबा बुढ़ा जी वो इनकलाबी ने जिन्हां ने फड़ के उस समय दे शहनशाह हिंद का तख्त हलाता। सोच के देखियो जरा, उस समय की हुकूमत जिहड़ी है ना उहदे पैरां थल्ले अग बालदी बाबे ने। जिहड़ी हुकूमत सोचदी सीगी जिथे उन्होंने बाकी 22 धार दे राजे कैद किए सीगे, जिन्हां दी कोई सुनवाई नहीं, कोई अपील दलील नहीं, बाबा बुढ़ा जी ने सिखां नूं जथेबंद किया, हुक्म किया सिख तैयार बरत्यार होके जाणगे, शब्द पढ़ते जाणगे, उत्थे बाहर बैठ के वो गुरु के दर्शन करन देण जां ना देण, पर बाहर बैठ के संगतां बाणी पढ़नगियां और एक जथा जाएगा उत्थे जाके बाणी पढ़ेगा, वो जथा वापस आ जाएगा, दूजा जथा चलिया जाएगा। जिद्दां दिल्ली संघर्ष चल रहा ना, जथे जा रहे ने ते आ रहे ने, ये साडा इतिहास है। कहंदे बाबा बुढ़ा जी ने तरतीब बनाती, मर्यादा बनाती, जथे जाने शुरू हो गए। बाबा बुढ़ा जी की कीती हुई व्योतबंदी और जथियां नूं दित्ती हुई तरतीब हरिदास दरोगे ने जाके जहांगीर नूं दस्सिया। उन्हें कहा जिद्दां ये सिख आ रहे ने ना जहांगीर बादशाह मैं सवेर दा वेख रहा, सिख जिन्ने तैयार बरत्यार होके आ रहे ने और जिन्ना ये अपने गुरु नूं प्यार ते मुहब्बत करते हैं, जहांगीर इन्हां दे अगे सबर नहीं परखना चाहिए। ऐसा ना होए ये सिख इकट्ठे होके आउण ते तेरे राज दा तख्ता पलट के रख देना।
आखिर सरकार उन्हां जथियां नूं वेख के सिखां दा गुरु नाल प्यार देख के जहांगीर बादशाह ऐलान करदा है। कई कहंदे ने सुपने च शेर आउंदा, नहीं वो शेर भाई गुरदास जी सीगे, वो शेर बाबा बुढ़ा जी सीगे, गुरु महाराज दे सिख सीगे जिन्हां दी चढ़दी कला ने और गुरु दे प्यार ने सरकार नूं झुकण लई मजबूर कर दित्ता। ये बाबा बुढ़ा जी दा जीवन है। किन्ने क पक्ष मैं दसां, गुरबाणी दे इन्ने रसीए सी बाबा बुढ़ा जी, गुरु नाल इन्ना प्यार सीगा। कहंदे एक दिन खडूर साहब की धरती ते ना सेवा करदियां करदियां उधर कीर्तन हो रहा सीगा, लेट हो गए। आके रागी सिंघां नूं कहण लगे भी मैं लेट हो गया, एक शब्द मैनूं पढ़ के सुणा दिओ, मैनूं भुख लगी। जिद्दां रोटी की भुख लगती है बाणी की भी भुख लगती है। रागी सिंह कहण लगे नहीं हुण समा हो गया, तुसीं बाबा जी कल नूं आयो, कल नूं सुणावांगा। कल का दिन चढ़िया, रागी सिंह कीर्तन आरंभ कर लगे तो गुरु अंगद साहब महाराज जी ने रोक दिता। कह लगे नहीं तुसीं कीर्तन नहीं करना। कह लगे महाराज क्यों, की गलती हो गई? महाराज कह लगे तुहानूं कल कहा सीगा भी भुख लगी है, एक शब्द सुना दिओ, तुसीं सुनाया नहीं। नहीं महाराज तुसीं ते नहीं कहा, फिर किहने कहा सी? कहंदे ते बाबा बुढ़ा जी ने कहा सी। महाराज कह लगे तुसीं की गुरु अते सिख विच फर्क समझदे हो? उन्होंने माफी मंगी। प्रिंसीपल सतबीर कहंदे उन्होंने माफी मंग ली। बाबा बुढ़ा जी कीर्तन दे इन्ने बड़े रसीए सन भी कीर्तन तो ही उन्होंने जीवन जुड़िया सीगा। सारी उम्र बाणी दा कीर्तन किया, शब्द चौकियां आरंभ कीतियां। ये बाबा बुढ़ा जी का इनकलाबी जीवन है। घोड़ियां दे पारखू सीगे, शस्त्रां दे पारखू सीगे और ग्रंथ दे जानकार सी। जिन्ना क समा मेरे कोल होर बाकी है, जिहड़ी जगीरदारी प्रथा की मैं गल करके हटिया, सरकारां हमेशा धक्का करदियां आईयां। साडे वड्डियां ने शहादतां दे के, कुर्बानियां दे के, जिद्दां कहा जांदा ना भी ये जिहड़ी बीड़ बाबा बुढ़ा साहब, ये जिहड़ी जमीन है ये अकबर बादशाह ने दिती सीगी, ये गलत है। ये जगह अकबर ने नहीं दिती, ये जगह भाई लंगा जिन्हां दी अगे वंश दे विच जिहड़े ने वो माई भाग कौर जी होए ने, ये भाई लंगा जी ने जिन्हां ने ये जमीन जिहड़ी सीगी उन्होंने गुरु साहब जी नूं भेंट की। सिखां दी जमीन सी ये जमीनां। जिस तरह गुरु साहब जी ने अमृतसर की जिहड़ी जमीन है वो पैसे दे के खरीदी गई है। बहुत सारी जमीन जिहड़ी है गुरु साहबां वल्लों पैसे दे के ये जमीन खरीदी गई। और जिहड़ी गल बाबा बुढ़ा कहंदा महाराज इत्थे धक्का हुंदा है, इत्थे फसलां लुट्टियां जांदियां, इत्थे जिहड़ा आ किसी दे खून पसीने का कोई मुੱਲ नहीं। गल उत्थों शुरू होंदी है, समा अपनी चाल चलदा है। महाराज किरत का सिद्धांत दिंदे है, किरत की कदर होंदी है। किरत नूं महाराज कहंदे ने धर्म की तरह करो। किरत जिहड़ी है इन्नी सच्ची ते सुची होनी चाहिए जिहदे च तुहाडा भी भला होए और दूजे का भी भला होए। चलदियां चलदियां तत्तियां तवियां रस्ते च आउंदियां। 100 साल साडे बजुर्ग जंगलां च रहिंदे ने पर झुकदे नहीं। मैं सिर्फ दसना चाहुंदा 113 साल बाबा बुढ़ा जी ने सिख सभ्यता लई सिख विरसे का प्रचार किया। सूरमे तैयार किए ने जिन्हां जिहड़े जुल्म के खिलाफ लड़े ने और साडे वड्डियां ने हथियार नहीं सुटे। 100 साल साडे वड्डे जंगलों में रहे। हुकूमत ने 90 रुपए सिख के सिर का मुल रखा। ये गल्लां मैं तां कर रहा, समा मेरे कोल थोड़ा है। मैं उत्थे गल लियाउणा चाहुंदा भी तुहाडे वड्डियां दीयां रहमतां ते बख्शिशां जिहड़ियां अज सरकार खो लेना चाहुंदी है। सरकार अज भी उत्थे खड़ी। ये जमीनां जिहड़ियां तुहाडे वड्डियां ने दित्तियां, जिहड़ी तैयारी बाबा बुढ़ा जी ने कराई है ते जिहड़े जुल्म के खिलाफ 4 जंग होए ने और सानू ये आबाद आजाद खिता मिलिया, सरकार उन्होंने फिर अपने हत्थां 'च करना चाहुंदी। ਉਹੀ ਜ਼ਗੀਰਦਾਰੀ प्रथा ਜਿਹੜੇ कल अपनी मनमर्जी करते सी, साडी फसल का सानू मुੱਲ नहीं सी दिंदे।
गुरु नानक साहब ने मोदी बन के जिस किरत ते वज रहे डाके नूं रोकिया सीगा, अज फिर तुहाडी किरत ते डाका वजन लगा। अज फिर सरकारां दी नीयत बदली है। और याद रखियो, सानू पता होना चाहिए इन्हां जमीनां दी मुल की है जिहड़ियां जमीनां ते तुसीं बैठे। इत्थे 4 जंग होए ने गुरु हरगोबिंद साहब महाराज दे। इत्थे भट्ट मथुरा जी दा खून डुलिया है, ਜਿਹੜੇ ਕਹਿੰਦੇ ਨੇ ਧਰਨ ਗगन नवखंड मह जोत स्वरूपी रहे हो भर भन मथुरा कछ भेद नहीं गुरु अर्जुन प्रतख हर। उन्हां 4 जंगां च भट्ट मथुरा लड़िया। भट्ट मथुरा जी शहीद होए ने, इस धरती ते उन्हां दा खून डुलिया। ਜਿਹੜੇ ਕਹਿੰਦੇ ਨੇ ਭੱਟ ਕੀਰਤ जी, एक अरदास भाट कीरत की गुरु रामदास राखो शरणाई। गुरु हरगोबिंद साहब महाराज वालों लड़े जा रहे जंग जुल्म के खिलाफ भट्ट कीरत जी शहादत का जाम पी जाते हैं। जान तो प्यारे सिख शहादतां दे जाम पींदे हैं। मावां दियां गोदियां चों खो खो के बच्चे जानवरां दी तरह टुक दिते जांदे हैं। खोपरियां ला दित्तियां जांदियां, चरखियां ते चाड़ दिते जांदे हैं और जींदे जी अग दे नाल साड़ दिते जांदे हैं। बंद बंद कट्टे जाते हैं। फिर गुरु साडे ते प्रसन्न हुंदा है। साडे ते गुरु तुठदे ने जदों साडीआं मावां अपनी अणख नूं अपनी गैरत नूं जिउंदा रखदियां, अपने बच्चिआं दे टोटे ते करवा लैंदियां, पर अपने गुरु वाल नूं पिठ नहीं करदियां। अपने गुरु दे अकीदे ते अपने गुरु दे विरसे ते मान करदियां होइयां अपने बच्चिआं दे टोटे करवा लैंदियां। गुरु ने तुठ के जिद्दण बाबा बंदा सिंह बहादुर नूं नदेड़ दी धरती तो पंजाब वल तोरिया, सतगुरु जी ने उन्होंने मिशन ये दिता सीगा, बंदा सिंह ਜਿਹੜੇ लोग धरती की हिक ते हल वाह रहे हैं ना, इन्हों जमीनों के मालक बनाना है, जगीरदारी प्रथा खत्म कर देनी है। ये लोग जिस धरती ते खलो के हक सच की इन्होंने गल करनी है, जिस धरती ते खलो के इन्होंने बाणी दुनिया को दसनी है, ये जमीन के ये मालक होने चाहिए। जिहड़ी जमीन ते तुसीं हक सच की गल करनी, वो जमीन ते तुहाडी होनी चाहिए है ना। अगले तुहाडे कोलों जमीन खोण लगे ने, सरकार नवे बिल लैके आई है। और याद रखियो, तुहानू पता होना चाहिए ये जमीन की वैल्यू की है, ये तुहाडे गुरु ने तुट के दिती है। ये गुरु ने सरोपाओ दिता तुहानू, तुहाडीआं कुर्बानियां दे बदले तुहाडे गुरु ने ये जिहड़ी भेटा तुहाडी झोली च पाई है, इन्हां दा मुल कोई 10 20 25 लाख नहीं है। इस जमीन का इतिहास पढ़ के देखियो, इत्थे बाबा बंदा सिंह बहादुर दे बच्चे का दिल कढ़ के 4 साल उम्र सी ओहदी, 100 सिख सिर्फ फ्रैक्शियर बादशाह इन्नी गल कहंदा सी, बंदा सिंह इन्नी गल कह दे जो भी मैं कीता गलत कीता। उन्हें कहा नहीं, जो भी मैं कीता अपने गुरु के हुक्म नाल कीता। जे जगीरदार प्रथा बदली है, ये मेरे गुरु का हुक्म सीगा। इन्हां किरती लोकां नूं जे जमीन के वारस बनाया, ये मेरे गुरु का हुक्म सीगा। इस धरती ते हल वाउण वाले लोग जमीनां के वारस बनने चाहिए। ये जमीनां जिद्दण सानू इहदी वैल्यू का पता लग गया, बिल गेट्स ने 2.5 लाख एकड़ जमीन खरीदी है अमेरिका। सऊदी अरब जिस देश दी सरकारां नकम्मियां, वो बाकी देशों की जमीन सर्वे करवा रहे हो, जमीन खरीदन लगा है। अदानी ते अबानी वर्गे तुहाडीआं जमीनां ते अख रख के बैठे ने। ये याद रखियो, ये जमीनां जे इन्हां नूं अज पता लगा ना भी ये जमीनां जिहड़ियां तुहाडी अमीरी नूं तय करनगियां, फिर याद रखियो तुहाडे गुरु ने तुहाडे तो जिहड़ा ये जमीनां दे वारस तुहानूं 300 साल पहला बनाया। जे ये अज जमीनां दे वारस बनना चाहुंदे ने, तुहाडे बापू ने तुहानूं 300 साल पहला जमीनां दे वारस बनाता। ये जमीनां तुहाडी अमीरी नूं आउण वाले समय च तय करनगियां। याद रखियो, ये साडीआं जमीनां खरीदणियां चाहुंदे ने, इन्हां नूं दसो कि गुरु हरगोबिंद साहब महाराज जी दे घोड़ियां लई एक सिख अपने खेतां चों घाह लैके आया सीगा ते जहांगीर बादशाह दे तंबू च चलिया गया। और जहांगीर जदों उन्हें पता लगा सिख नूं भी ये गुरु हरगोबिंद साहब महाराज नहीं है, ये जहांगीर है, उन्हें अपनी घाह की पंड चुक ली, उन्हें अपना टका भी चुक लिया। तो जहांगीर बादशाह कहंदा सिखा इस घाह का मुल मंग, मैं तेनों जगीर दे देंगा, माला माल कर देंगा, कोई औदा मंग लै। उन्हें कहा नहीं सजना, मेरा घाह बकाऊ नहीं है, ये साडियां जमीनां खरीदनियां चाहुंदे। सजना साडे खेतां चों खोतिया घाह तुसीं ते घाह नहीं खरीद सके। जहांगीर बादशाह सिख दा घाह नहीं सी खरीद सकिया। सिख ने कहा सी मेरा घाह भी बकाऊ नहीं है, ये मैं अपने गुरु के घोड़ियां लई लैके आया, ये मैं अपने गुरु अगे भेंट करना है। सिख दा ते घाह बकाऊ नहीं है। ये जमीनां इन्हां किद्दां सोच लिया भी सिखां दीयां जमीनां असीं खरीद लांगे। हथ जोड़ के बेनती जे, मेरे समय की समाप्ति है।
ਇਹ ਸੰਘਰਸ਼ ਹਾਰਿਓ ਨਾ ਜੇ ਇਹ ਸੰਘਰਸ਼ ਆਪਾਂ ਹਾਰ ਗਏ, ਆਪਾਂ ਪਿੱਛੇ ਹੋ ਗਏ, ਆਉਣ ਵਾਲੇ ਸਮੇਂ 'ਚ ਆਪਾਂ ਸੰਘਰਸ਼ ਨਹੀਂ ਲੜ ਸਕਾਂਗੇ। ਜਿਹੜਾ ਆਟਾ ਇਹ ਤੁਹਾਨੂੰ ਖਵਾਉਣਗੇ, ਯਾਦ ਰੱਖਿਓ ਆਟੇ ਦੀ ਐਕਸਪਾਇਰ ਡੇਟ ਜਿਹੜੀ ਹੈ, ਆਟਾ ਬਰਸਾਤ ਦੇ ਦਿਨਾਂ 'ਚ 10-15 ਦਿਨ 'ਚ ਹੀ ਉਹਨੂੰ ਖਾਧਾ ਜਾਂਦਾ ਹੈ, ਮਹੀਨੇ ਤੋਂ ਵੱਧ ਉਹਦੀ ਵੈਲਿਡਿਟੀ ਨਹੀਂ ਹੁੰਦੀ। ਇਹਨਾਂ ਨੇ ਤੁਹਾਨੂੰ ਸਾਲ ਪੁਰਾਣਾ ਆਟਾ ਜਿਹਨੂੰ ਕੈਮੀਕਲ ਲੱਗਾ ਹੋਇਆ ਉਹ ਖਵਾਉਣਗੇ। ਜਿਹੜੇ ਫਰੂਟ ਨੇ ਡਾਕਟਰ ਕਹਿੰਦਾ ਸਮੇਂ ਦਾ ਫਲ ਖਾਣਾ ਚਾਹੀਦਾ ਹੈ, ਉਹ ਸਹੀ ਹੁੰਦਾ ਹੈ, ਉਹ ਦਵਾਈਆਂ ਤੋਂ ਰਹਿਤ ਹੁੰਦਾ ਹੈ, ਇਹਨਾਂ ਨੇ ਸਮੇਂ ਦਾ ਫਲ ਤੁਹਾਡੇ ਤੱਕ ਨਹੀਂ ਪਹੁੰਚਣ ਦੇਣਾ। ਇਹ ਵਪਾਰੀ ਸਮੇਂ ਦੇ ਫਲ ਨੂੰ ਸਟੋਰ ਕਰਨਗੇ, ਬੇਮੌਸਮੀ ਤਰੀਕੇ ਵਿੱਚ ਲਿਆ ਕੇ 10 ਗੁਣਾ ਰੇਟ ਤੇ ਵੱਧ ਵੇਚਣਗੇ। ਬਚੋ ਇਹਨਾਂ ਤੋਂ ਜਿੰਨਾ ਬਚਿਆ ਜਾਂਦਾ ਹੈ, ਜਿੰਨਾ ਵਿਰੋਧ ਹੋ ਸਕਦਾ ਹੈ ਵੱਧ ਤੋਂ ਵੱਧ ਇਹਦਾ ਵਿਰੋਧ ਕਰੋ, ਨਹੀਂ ਤੇ ਆਪਾਂ ਆਪਣੀ ਸਿਹਤ ਪੱਖੋਂ ਵੀ ਜਿਹੜਾ ਆ ਆਪਾਂ ਜਾਂਦੇ ਰਵਾਂਗੇ। ਇਹ ਜਿਹੜੀ ਜੰਗ ਹੈ ਬੱਚੇ ਦੀ ਜੰਗ ਹੈ, ਜਿਹੜਾ ਵੀ ਇਸ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਹਰ ਕਿਸੇ ਦੀ ਜੰਗ ਹੈ। ਆਪਣਾ ਯੋਗਦਾਨ ਇਹਦੇ 'ਚ ਜ਼ਰੂਰ ਪਾਓ। ਅਗਲਾ ਇਦਾਂ ਦੇ ਬਿੱਲ ਲਿਆ ਰਿਹਾ ਆਉਣ ਵਾਲੇ ਸਮੇਂ 'ਚ, ਥਾਂ ਤੇ ਤੁਹਾਡੇ ਬੱਚੇ ਜਿਹੜੇ ਸੀਗੇ ਉਹ ਛੋਟੀਆਂ ਲੈਬ ਖੋਲ ਕੇ ਟੈਸਟ ਕਰਕੇ ਆਪਣੀ ਰੋਟੀ ਕਮਾ ਰਹੇ ਸੀਗੇ। ਵੱਡੀਆਂ ਲੈਬ ਆ ਗਈਆਂ ਪਿੰਡਾਂ 'ਚ, ਰੁਜ਼ਗਾਰ ਨੂੰ ਖਤਮ ਕਰਦੇ ਲੱਗੇ। ਛੋਟੀਆਂ ਦੁਕਾਨਾਂ, ਵੱਡੇ ਮਾਲ ਖੁੱਲ ਗਏ, ਉਹ ਬੰਦ ਕਰਨ ਲੱਗੇ ਨੇ। ਅਗਲੇ ਬੜੀ ਮਾੜੀ ਨੀਅਤ ਤੇ ਆਏ ਨੇ। ਇੱਥੋਂ ਤੱਕ ਤੁਹਾਡਾ ਜਿਹੜੀ ਮਕਈ ਹੈ 15-20 ਰੁਪਏ ਤੋਂ ਵੱਧ ਨਹੀਂ ਖਰੀਦਦੇ। ਉਸੇ ਮਕਈ ਤੋਂ ਬਣਿਆ ਹੋਇਆ ਕਸਟਰਡ ਪਾਊਡਰ 250, 300, 400 ਨੂੰ ਕਿਲੋ ਵੇਚਦੇ ਨੇ। ਤੁਹਾਡਾ ਹੀ ਆਲੂ ਜਿਹੜਾ ਹੈ ਉਹ 5-10 ਰੁਪਏ ਤੋਂ ਵੱਧ ਨਹੀਂ ਖਰੀਦਦੇ। ਉਹੀ ਆਲੂ ਦਾ ਬਣਿਆ ਚਿਪਸ ਜਿਹੜਾ ਹੈ ਉਹ 350, 400 ਰੁਪਏ ਕਿਲੋ ਵੇਚਦੇ ਹੈ। ਤੁਹਾਡੀ ਸਰੋਂ ਰੁਲਦੀ ਹੈ। ਇਹ ਅੱਜ ਸਰੋਂ ਤੇ ਕਬਜ਼ਾ ਕਰਕੇ ਨਵਾਂ ਬਿੱਲ ਲਿਆ ਰਿਹਾ। ਤੁਸੀਂ ਆ ਜਿਹੜੇ ਆਮ ਸਪੈਲਰ ਲੱਗੇ ਨੇ ਜਿੱਥੋਂ ਤੇਲ ਕਢਾਉਣੇ ਆ, ਉਹਨਾਂ ਦੇ ਲਾਇਸੈਂਸ ਕੈਂਸਲ ਹੋਣ ਲੱਗੇ ਨੇ। ਤੁਸੀਂ ਨਾ ਸਰੋਂ ਜਿਹੜੀ ਹੈ ਤੁਸੀਂ ਤੇਲ ਨਹੀਂ ਖੜਾ ਸਕੋਗੇ, ਤੇਲ ਅਦਾਨੀ ਖਰੀਦੇਗਾ। ਉਹਦਾ ਬਣਾਇਆ ਹੋਇਆ ਤੇਲ ਜਿਹੜਾ ਸੀਗਾ ਵੀ ਕੱਲ ਉਹਦੀ ਕੀਮਤ 80 ਰੁਪਏ ਸੀਗੀ, ਅੱਜ ਉਹਦੀ ਕੀਮਤ 200 ਰੁਪਏ ਪਹੁੰਚ ਗਈ। ਇਹ ਉਹਦੀ ਨੀਅਤ ਹੈ। ਅੱਜ ਤੁਸੀਂ 6 ਰੁਪਏ ਦੀ ਪਰ ਬੰਦੇ ਨੂੰ ਕਣਕ ਪੈਂਦੀ ਹੈ, 6 ਰੁਪਏ ਦੀ। ਮਾਲਕ ਤੁਸੀਂ ਹੋ। ਤੁਹਾਡੇ ਗੁਰੂ ਦੀਆਂ ਦਿੱਤੀਆਂ ਹੋਈਆਂ ਜ਼ਮੀਨਾਂ ਵਿੱਚੋਂ ਕਣਕ ਤਿਆਰ ਹੋ ਕੇ ਆਈ, ਗਰੀਬ ਤੋਂ ਗਰੀਬ ਬੰਦਾ ਵੀ ਖਾ ਸਕਦਾ। ਇੱਕ ਬੰਦੇ ਨੂੰ 6 ਰੁਪਏ ਦੀ ਕਣਕ ਪੈਂਦੀ ਏ। ਇਹ ਤੇਲ ਕਾਰਪੋਰੇਟ ਦੇ ਹੱਥ 'ਚ ਹੈ। ਅਗਲਾ 100 ਤੇ ਰੇਟ ਲੈ ਗਿਆ। ਤੇਲ ਜਿਹੜਾ ਘਰਾਂ ਦੇ ਵਿੱਚ ਆਪਾਂ ਵਰਤਦੇ ਆਂ, ਜਿੱਦਣ ਤੁਹਾਡੇ ਹੱਥ 'ਚ ਸੀਗਾ ਉਹਦੀ ਕੀਮਤ 50-60 ਰੁਪਏ ਸੀਗੀ, ਉਹਦੇ ਹੱਥ 'ਚ ਗਿਆ ਉਹਦੀ ਕੀਮਤ 200 ਰੁਪਇਆ ਹੋ ਗਈ। ਇੱਕ ਚੀਜ਼ ਸਾਡੇ ਹੱਥ 'ਚੋਂ ਨਿਕਲਦੀ ਪਈ ਏ। ਪਾਣੀ ਸਾਡੇ ਕੋਲ ਨਹੀਂ ਰਿਹਾ, ਪਾਣੀ ਤੇ ਕਾਰਪੋਰੇਟ ਕਬਜ਼ਾ ਕਰ ਗਿਆ। 60 ਤੋਂ ਵੱਧ ਵੱਡੇ ਪ੍ਰੋਜੈਕਟ ਪੰਜਾਬ 'ਚ ਲਾ ਕੇ ਉਹ ਪਾਣੀ ਨੂੰ ਵੇਚ ਰਿਹਾ। ਸਾਡੇ ਘਰ 'ਚ ਕੋਈ ਪ੍ਰੋਗਰਾਮ ਹੋਏ ਅਸੀਂ ਪਾਣੀ ਮੁੱਲ ਦਾ ਮੰਗਾਉਨੇ ਆ। ਬੌੜੀ ਹੱਥ ਜੋੜ ਕੇ ਬੇਨਤੀ ਹੈ, ਆਪਣੇ ਗੁਰੂ ਨਾਲ ਜੁੜੋ, ਆਪਣੇ ਗੁਰੂ ਨਾਲ ਜੁੜੋ। ਜਿਹੜੀ ਲੇਅਰ 'ਚ ਬੋਰ ਚੱਲਦੇ ਪਏ, ਪਤਾ ਨਹੀਂ ਕਦੋਂ ਬੋਰ ਉਹ ਪਾਣੀ ਛੱਡ ਜਾਣ। ਸਾਨੂੰ ਇਹ ਜਿਹੜੀ ਗੁਰੂਆਂ ਵੱਲੋਂ ਦਿੱਤੀਆਂ ਹੋਈਆਂ ਰਹਿਮਤਾਂ ਤੇ ਬਖਸ਼ ਹੈ। ਅਜੇ ਬੜੀਆਂ ਜੰਗਾਂ ਲੜਨੀਆਂ, ਅਜੇ ਪਾਣੀ ਦੀ ਮੰਗ ਸਾਡੇ ਸਿਰ ਤੇ ਖੜੀ ਹੈ, ਪਾਣੀ ਦੀ ਮੁਸੀਬਤ ਸਾਡੇ ਸਿਰ ਤੇ ਖੜੀ ਹੈ। ਆਓ ਜਿੰਨੇ ਵੀ ਜੀ ਜੁੜ ਕੇ ਬੈਠੇ ਆ, ਵੱਧ ਤੋਂ ਵੱਧ ਯੋਗਦਾਨ ਇਸ ਕਿਸਾਨੀ ਸੰਘਰਸ਼ ਵਿੱਚ ਪਾਓ। ਆਪਣੇ ਗੁਰੂ ਸਾਹਿਬਾਂ ਦਾ ਬਖਸ਼ਿਆ ਹੋਇਆ ਖਜ਼ਾਨਾ ਉਹਦੇ ਤੇ ਮਾਣ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਨਗਰ ਨਿਵਾਸੀ ਸਿੱਖ ਸੰਗਤਾਂ ਨੂੰ ਉਦਮ ਦਿੱਤਾ ਹੈ। ਆਪਾਂ ਜੁੜ ਕੇ ਬੈਠੇ ਹਾਂ। ਸ਼ੁਕਰਾਨਾ ਪ੍ਰਬੰਧਕ ਜਨਾਂ ਦਾ, ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਜੋ ਸਟੇਟ ਸੈਕਟਰੀ ਦੀ ਸੇਵਾ ਨਿਭਾ ਰਹੇ ਨੇ, ਬੜੇ ਪਿਆਰ ਵਾਲੇ ਵੀਰ ਨੇ। ਇਹ ਕੱਲੀ ਇੱਥੇ ਹੀ ਸੇਵਾ ਨਹੀਂ ਕਰਦੇ, ਇਹ ਸਕੂਲਾਂ ਵਿੱਚ ਜਾ ਕੇ, ਪਿੰਡਾਂ ਵਿੱਚ ਜਾ ਕੇ, ਗੁਰਦੁਆਰਿਆਂ ਵਿੱਚ ਜਾ ਕੇ ਬੱਚਿਆਂ ਨੂੰ ਵੀ ਗੁਰਮਤਿ ਦੀ ਗੁੜਤੀ ਦਿੰਦੇ ਨੇ। ਮਹਾਰਾਜ ਉਹਨਾਂ ਕੋਲ ਵੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਨਗਰ ਨਾਲ ਬੜਾ ਪਿਆਰ ਹੈ। ਲੰਮੇ ਸਮੇਂ ਤੋਂ ਇਸ ਨਗਰ ਦੇ ਵਿੱਚ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਉਹ ਯਾਦ ਕਰਦੇ ਰਹਿੰਦੇ ਆ। ਉਹਨਾਂ ਨੇ ਬੇਨਤੀ ਕੀਤੀ ਸੀ, ਉਹਨਾਂ ਦੀ ਬੇਨਤੀ ਜਿਹੜੀ ਹੈ ਉਹਨੂੰ ਪ੍ਰਵਾਨ ਕਰਦਿਆਂ ਹੋਇਆਂ ਸੰਗਤਾਂ ਦੇ ਜੋਰੇ ਝਾੜੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।